ਸਾਨੂੰ ਕੱਲ ਦੀ ਸੋਸ਼ਲ ਮੀਡੀਆ 'ਚ ਇੱਕ ਟਰੋਲ ਕੀਤੀ ਜਾ ਰਹੀ ਹੈ। ਇਹ ਧਰਨਿਆਂ ਦੇ ਰਾਹੀਂ ਪੰਜਾਬ ਦੇ ਹਿੰਦੂ ਨੂੰ ਡਰਾਉਣਾ ਚਾਹੁੰਦੇ ਹੋ। ਕੀ ਤੁਹਾਨੂੰ ਲੱਗਦਾ ਵੀ ਸਿੱਖਾਂ ਤੋਂ ਤੰਗ ਨਜ਼ਰ ਆ ਰਹੇ ਨੇ ਹਿੰਦੂ ਭਰਾ? ਵੀਰੇ ਅਸੀਂ ਜਦੋਂ ਸਵੇਰੇ ਆ ਕੇ ਸਟੇਜ ਸੈਟਅਪ ਕੀਤੀ ਤੇ ਸਟੇਜ ਦੇ ਬਿਲਕੁਲ ਸੱਜੇ ਬੰਨੇ, ਕਿਉਂਕਿ ਗੁਲਮੋਹਰ ਹੋਟਲ ਦੀ ਬੈਕ ਸਾਈਡ ਹੈ ਤੇ ਉਹਦੇ ਕਾਰਨਰ ਦੇ ਉੱਤੇ ਇੱਕ ਖੋਖਾ ਸੀ ਜਿੱਥੇ ਤੰਬਾਕੂ ਬੀੜੀਆਂ ਜਾਂ ਉਹ ਜੋ ਵੀ ਉਹਨਾਂ ਦਾ ਸੀਗਾ ਉਹ ਵੇਚਦੇ ਸੀਗੇ। ਸਾਡੇ ਰਿਕੁਐਸਟ ਕਰਨ ਤੋਂ ਪਹਿਲਾਂ ਹੀ ਉਹਨੇ ਉਹ ਬੰਦ ਕਰਤਾ। ਉਹ ਵੀਰੇ ਨੇ ਜਦੋਂ ਖੋਖਾ ਬੰਦ ਕੀਤਾ ਤੇ ਮੇਰੇ ਮਨ ਵਿੱਚ ਜਿਵੇਂ ਆਪਣਾ ਇੱਕ ਸਿੱਖ ਸਾਈਕੀ ਹੈ ਕਿ ਯਾਰ ਸਾਡੀ ਵਜ੍ਹਾ ਨਾਲ ਉਹਦਾ ਅੱਜ ਦਾ ਪੂਰੇ ਦਿਨ ਦਾ ਰੁਜ਼ਗਾਰ ਖਤਮ ਹੋਣਾ। ਇੱਦਾਂ ਕਰੋ ਥੋੜ੍ਹੇ ਜਿਹੇ ਪੈਸੇ ਆਪਾਂ ਉਹਨੂੰ ਦੇ ਦਈਏ ਤਾਂ ਕਿ ਉਹਦਾ ਅੱਜ ਉਹਨੇ ਵਿਚਾਰੇ ਨੇ ਰੇਹੜੀ ਲਾ ਕੇ ਘਰ ਜਾਣਾ ਜਦੋਂ, ਤੇ ਉਹਦੇ ਬੱਚੇ ਵੀ ਰਾਹ ਤੱਕਦੇ ਹੋਣਗੇ ਵੀ ਸਾਡੇ ਪਿਓ ਨੇ ਕਮਾ ਕੇ ਆਉਣਾ ਤੇ ਉਹਨੂੰ ਲਾਸ ਨਾ ਹੋਵੇ। ਉਹਨੇ ਆਪਣੀ ਜੇਬ 'ਚੋਂ 100 ਰੁਪਈਆ ਕੱਢ ਕੇ ਉਹਨਾਂ ਪੈਸਿਆਂ ਦੇ ਨਾਲ ਰੱਖ ਕੇ ਮੈਨੂੰ ਸਟੇਜ ਤੇ ਆ ਕੇ ਵਾਪਸ ਕੀਤਾ। ਕਹਿੰਦਾ ਭਾਈ ਸਾਹਿਬ ਆ ਮੇਰੇ ਵੱਲੋਂ 100 ਰੁਪਈਆ ਲੈ ਲਓ ਤੇ ਲੰਗਰ 'ਚ ਪਾ ਦਿਓ। ਵੀਰੇ ਮੈਨੂੰ ਲੱਗਦਾ ਕਿ ਮੈਂ ਸਾਰੀ ਉਮਰ ਉਸ 100 ਰੁਪਈਏ ਦਾ ਕਰਜ਼ਦਾਰ ਰਵਾਂਗਾ, ਹਿੰਦੂ ਧਰਮ ਦਾ, ਨਾ ਕਿ ਉਸ ਬੰਦੇ ਦਾ ਇਕੱਲੇ ਦਾ। ਮੈਨੂੰ ਲੱਗਦਾ ਕਿ ਉਹਨਾਂ ਲੋਕਾਂ ਲਈ ਜਿਹੜੇ ਪਾੜਾ ਪਾਉਣਾ ਚਾਹੁੰਦੇ ਆ ਉਹਨਾਂ ਦੇ ਮੂੰਹ ਤੇ ਚਪੇੜ ਹੈ ਤੇ ਇਸ ਕਿਸਾਨੀ ਸੰਘਰਸ਼ ਲਈ ਸਭ ਤੋਂ ਵੱਡੀ ਡੋਨੇਸ਼ਨ ਹੈ 100 ਰੁਪਏ। ਬੀਜੇਪੀ ਦੀ ਸਰਕਾਰ ਕਹਿੰਦੀ ਵੀ ਅਸੀਂ ਲੋਕਾਂ ਦੇ ਨੁਮਾਇੰਦੇ ਆ, ਭਾਰਤੀ ਜਨਤਾ ਪਾਰਟੀ, ਇਹ ਭਾਰਤੀ ਅੰਬਾਨੀ ਪਾਰਟੀ ਹੋ ਗਿਆ। ਧਰਨਿਆਂ ਤੇ ਬੈਠਿਆਂ ਨੂੰ ਹੀ ਜਿਹੜੇ ਹੱਕ ਹੈ ਦੇ ਦਿਓ, ਵਰਨਾ ਫਿਰ ਜਾਂ ਫਿਰ ਸਾਡਾ ਇਤਿਹਾਸ ਪੜ੍ਹ ਲਓ। ਸ਼ੇਰ ਦੀ ਪੂੰਛ ਤੇ ਪੈਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਰੱਖਿਆ ਜਾ ਚੁੱਕਾ ਹੈ ਜੀ? ਮੈਨੂੰ ਲੱਗਦਾ ਜੇ ਆਰਡੀਨੈਂਸ ਪਾਸ ਹੋ ਚੁੱਕਾ ਤੇ ਰੱਖਿਆ ਜਾ ਚੁੱਕਾ ਹੈ। ਤੁਸੀਂ ਗੱਲ ਕੀਤੀ ਪੱਗਾਂ ਵਾਲਿਆਂ ਦੇ ਨਾਲ, ਇਹਨਾਂ ਨੇ ਪੰਗਾ ਪਾ ਕੇ ਬਹੁਤ ਮਾੜਾ ਕੀਤਾ। ਪੱਗਾਂ ਵਾਲਿਆਂ ਨੇ ਨਾ ਪੰਗਾ ਲੈ ਲਿਆ, ਪਰ ਪੱਗਾਂ ਵਾਲੇ ਤਾਂ ਜੀ ਉਹਨਾਂ ਪਾਰਟੀਆਂ ਦੇ ਨਾਲ ਵੀ ਭੁਗਤਦੇ ਦਿਸ ਰਹੇ ਨੇ। ਹਰਜੀਤ ਗਰੇਵਾਲ ਨੇ ਵੀ ਪੱਗ ਬੰਨੀ ਹੋਈ ਹੈ ਸਿਰ ਦੇ ਉੱਤੇ, ਤੇ ਬਹੁਤ ਸਾਰੀਆਂ ਹੋਰ ਪਾਰਟੀਆਂ ਜਿਨ੍ਹਾਂ ਨੂੰ ਕਹਿ ਰਹੇ ਵੀ ਰਾਜਨੀਤੀ ਕਰ ਰਹੀਆਂ ਸਾਰੀਆਂ ਪਾਰਟੀਆਂ, ਉਹਨਾਂ ਵਿੱਚ ਵੀ ਪੱਗਾਂ ਵਾਲੇ ਦਿਸ ਰਹੇ ਜੀ। ਉਹ KPS ਗਿੱਲ ਦੀ ਪੱਗ ਕਲਗੀਧਰ ਦਸ਼ਮੇਸ਼ ਪਿਤਾ ਦੀ ਬਖਸ਼ੀ ਹੋਈ ਪੱਗ ਨਹੀਂ ਹੈ। ਇਹ ਸਿਰ ਦੇਣਾ ਵੀ ਜਾਣਦੇ ਆ ਤੇ ਲੋੜ ਪੈਣ ਤੇ ਜ਼ਾਲਮ ਦਾ ਸਿਰ ਲੈਣਾ ਵੀ ਜਾਣਦੇ ਆ। ਕਾਫੀ ਲੰਮੇ ਸਮੇਂ ਤੋਂ ਪੰਜਾਬ ਦੇ ਵੱਖ-ਵੱਖ ਭਾਗਾਂ ਵਿੱਚ ਕਿਸਾਨਾਂ ਵੱਲੋਂ ਮੋਰਚੇ ਲਗਾਏ ਗਏ ਨੇ। ਜਿੱਥੇ ਵੱਖ-ਵੱਖ ਪਿੰਡਾਂ ਵਿੱਚ, ਕਸਬਿਆਂ ਦੇ ਵਿੱਚ ਇਹ ਮੋਰਚੇ ਚੱਲ ਰਹੇ ਨੇ, ਉੱਥੇ ਹੀ ਇਹਨਾਂ ਮੋਰਚਿਆਂ ਦਾ ਅਸਰ ਹੁਣ ਸ਼ਹਿਰਾਂ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਤੇ ਸ਼ਹਿਰੀ ਲੋਕ ਵੀ ਕਹਿਣ ਲੱਗੇ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ। ਇਹ ਨਾ ਸਮਝਣ ਕਿ ਸਿਰਫ ਪਿੰਡੂ ਹੀ ਜਾਂ ਪਿੰਡਾਂ ਦੇ ਕਿਸਾਨ ਹੀ ਡਟੇ ਹੋਏ ਨੇ, ਪਰ ਸ਼ਹਿਰੀ ਵੀ ਹੁਣ ਇਸ ਮੋਰਚੇ ਦੇ ਵਿੱਚ, ਇਹਨਾਂ ਮੋਰਚਿਆਂ ਦੇ ਵਿੱਚ ਸ਼ਾਮਿਲ ਹੋ ਗਏ ਨੇ। ਪਰ ਜੇਕਰ ਗੱਲ ਕਰੀਏ ਜਿਹੜੇ ਇਸ ਬਿੱਲ ਦੇ ਹਿਮਾਇਤਕਾਰੀ ਨੇ ਤਾਂ ਉਹ ਲਗਾਤਾਰ ਕਿਸਾਨਾਂ ਨੂੰ ਭੜਕਾਉਣ ਦੀ ਵੀ ਕੋਸ਼ਿਸ਼ ਕਰ ਰਹੇ ਨੇ। ਲਗਾਤਾਰ ਬਿਆਨ ਇਹ ਵੀ ਦਿੱਤੇ ਜਾ ਰਹੇ ਨੇ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਜੋ ਇਹਨਾਂ ਮੋਰਚਿਆਂ ਨੂੰ ਫੇਲ ਕੀਤਾ ਜਾ ਸਕੇ ਜਾਂ ਢਾਹ ਲਾਏ ਜਾ ਸਕੇ, ਤਾਂ ਅਜਿਹੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ। ਗੱਲਾਂ ਇਹ ਵੀ ਆ ਰਹੀਆਂ ਨੇ ਵੀ ਹੁਣ ਜਿਹੜੇ ਪੰਜਾਬ ਦੇ ਸਿੱਖ ਨੇ ਉਹ ਪੰਜਾਬ ਦੇ ਹਿੰਦੂਆਂ ਦੇ ਨਾਲ ਵਿਤਕਰਾ ਕਰ ਰਹੇ ਨੇ ਜਾਂ ਗਲਤ ਤਰ੍ਹਾਂ ਦੀਆਂ ਟਿੱਪਣੀਆਂ ਇਸ ਤਰ੍ਹਾਂ ਕੀਤੀਆਂ ਜਾ ਰਹੀਆਂ ਨੇ। ਭਾਈ ਪਰਮਪਾਲ ਸਿੰਘ ਜੀ ਨੇ ਅੱਜ ਲੁਧਿਆਣਾ ਵਿਖੇ ਅਜਿਹਾ ਭਾਸ਼ਣ ਦਿੱਤਾ। ਇਸੇ ਨੂੰ ਲੈ ਕੇ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਹਾ ਜਾ ਰਿਹਾ ਵੀ ਪੰਜਾਬ ਦੇ ਜਿਹੜੇ ਸਿੱਖ ਹੈਗੇ ਨੇ ਜਾਂ ਕਿਸਾਨ ਹੈਗੇ ਨੇ ਉਹ ਹਿੰਦੂਆਂ ਦੇ ਨਾਲ ਵਿਤਕਰਾ ਕਰ ਰਹੇ ਨੇ ਜਾਂ ਫਿਰ ਉਹਨਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੀਰੇ ਮੈਂ ਇਹੀ ਪੁੱਛਣਾ ਚਾਹੁੰਦਾ ਵੀ ਪਿਛਲੇ 70 ਸਾਲ ਤੋਂ ਅਸੀਂ ਜਿਹੜਾ ਸੰਤਾਪ ਹੰਢਾ ਰਹੇ ਹਾਂ ਕਿ ਜਦੋਂ ਵੀ ਕੋਈ ਪੰਜਾਬ ਦੀ ਹੱਕੀ ਮੰਗ ਪੁੱਛੀ ਜਾਂਦੀ ਹੈ, ਮੈਨੂੰ ਦੱਸੋ ਵੀ ਜੇ ਪੰਜਾਬ ਦਾ ਪਾਣੀ ਸਾਰਾ ਰਾਜਸਥਾਨ ਨੂੰ ਦੇ ਕੇ ਉਹਦੀ ਰਾਇਲਟੀ ਜਿਹੜੀ ਪੰਜਾਬ ਨੂੰ ਨਹੀਂ ਦਿੱਤੀ ਜਾਂਦੀ, ਇਹਦੇ 'ਚ ਹਿੰਦੂ ਸਿੱਖ ਏਕਤਾ ਕਿੱਥੋਂ ਆ ਗਈ? ਇਹਦੇ ਵਿੱਚ ਪੰਜਾਬ ਦਾ ਸਿੱਖ ਦਿੱਲੀ ਦਾ ਵੈਰੀ ਕਿਵੇਂ ਹੋ ਗਿਆ ਤੇ ਪੰਜਾਬ ਦਾ ਹਿੰਦੂ ਸਿੱਖਾਂ ਦਾ ਵੈਰੀ ਕਿਵੇਂ ਹੋ ਗਿਆ? ਮਸਲਾ ਤਾਂ ਸਟੇਟ ਵਰਸਸ ਪੰਜਾਬ ਹੈ। ਇਹਨੂੰ ਬਾਰ-ਬਾਰ 70 ਸਾਲਾਂ ਤੋਂ ਸਟੇਟ ਵਰਸਸ ਸਿੱਖ ਬਣਾਇਆ ਜਾਂਦਾ, ਕਿਉਂਕਿ ਬੇਸਿਕਲੀ ਮੈਨੂੰ ਇੰਝ ਲੱਗਦਾ ਕਿ 1970 ਤੋਂ ਜਾਂ ਪਹਿਲਾਂ ਤੋਂ ਵੀ ਜਦੋਂ ਸਿੱਖਾਂ ਦਾ ਇਤਿਹਾਸ ਇਹਨਾਂ ਦੇ ਥਿੰਕ ਟੈਂਕ ਪੜ੍ਹਦੇ ਨੇ, ਉਹਨਾਂ ਨੂੰ ਇੰਝ ਲੱਗਦਾ ਕਿ ਸਿੱਖਾਂ ਦੀਆਂ ਰਗਾਂ ਦੇ ਵਿੱਚ ਇੱਕ ਗਰਮ ਖੂਨ ਹੈ ਜਿਹਨੂੰ ਸਿੱਖੀ ਦੀ ਪਾਣ ਚੜੀ ਹੋਈ ਹੈ। ਇਹ ਹੱਕ ਸੱਚ ਲਈ ਡਟਣ ਵਾਲੀ ਕੌਮ ਹੈ, ਇਹ ਹੱਕਾਂ ਪਿੱਛੇ ਮਰਨ ਵਾਲੀ ਕੌਮ ਹੈ। ਇਹ ਸਿਰ ਦੇਣਾ ਵੀ ਜਾਣਦੇ ਆ ਤੇ ਲੋੜ ਪੈਣ ਤੇ ਜ਼ਾਲਮ ਦਾ ਸਿਰ ਲੈਣਾ ਵੀ ਜਾਣਦੇ ਆ। ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਜੇ ਹਕੂਮਤ ਕਾਇਮ ਰੱਖਣੀ ਹੈ ਤਾਂ ਪੰਜਾਬ ਦੇ ਵਿੱਚ ਸਿੱਖਾਂ ਨੂੰ ਦਬਾ ਕੇ ਰੱਖਣਾ ਪਊਗਾ। ਔਰ 70 ਸਾਲਾਂ ਤੋਂ ਇਹ ਕੋਸ਼ਿਸ਼ਾਂ ਬਾਰ-ਬਾਰ ਹੋ ਰਹੀਆਂ। ਸਾਡੀ
ਸਾਨੂੰ ਪੰਜਾਬ ਦੇ ਸੂਬੇ ਲਈ ਮੋਰਚਾ ਲਾਉਣਾ ਪੈਂਦਾ ਕਿ ਅੱਜ ਦਾ ਨੌਜਵਾਨ ਕਿੱਦਾਂ ਸਮਝੂਗਾ। ਇਹ ਵੱਖਰੀ ਗੱਲ ਹੈ, ਸਾਡਾ ਬੁੱਧੀਜੀਵੀ ਤਬਕਾ ਵੀ ਉਹਨੂੰ ਪੰਜਾਬੀ 'ਚ ਸੌਖੇ ਸ਼ਬਦਾਂ 'ਚ ਨਹੀਂ ਸਮਝਾ ਸਕਿਆ ਕਿ ਭਾਈ ਆਨੰਦਪੁਰ ਦੇ ਮਤੇ ਦੇ ਵਿੱਚ ਜਿਹੜੀਆਂ ਮੰਗਾਂ ਸੀਗੀਆਂ ਉਹ ਬੇਸਿਕਲੀ ਪੰਜਾਬ ਦੀਆਂ ਸੀਗੀਆਂ। ਉਹਦੇ ਵਿੱਚ ਪੰਜਾਬ ਦਾ ਹਿੰਦੂ ਵੀ ਸੀ, ਪੰਜਾਬ ਦਾ ਸ਼ਹਿਰੀ ਵੀ ਸੀ, ਪੰਜਾਬ ਦਾ ਮੁਸਲਮਾਨ ਵੀ ਸੀ, ਪੰਜਾਬ ਦਾ ਦਲਿਤ ਵੀ ਸੀ ਤੇ ਪੰਜਾਬ ਦਾ ਈਸਾਈ ਵੀ ਸੀਗਾ। ਜਿੰਨੇ ਪੰਜਾਬ ਦੇ ਵਸਿੰਦੇ ਨੇ ਉਹਦੇ ਪੰਜਾਬ ਦੀਆਂ ਮੰਗਾਂ ਦਾ ਸੰਬੰਧ ਪੰਜਾਬ ਦੇ ਵਸਿੰਦਿਆਂ ਨਾਲ, ਨਾ ਕਿ ਇਕੱਲੇ ਸਿੱਖਾਂ ਦੇ ਨਾਲ। ਸੋ ਵੀਰੇ ਇਸ ਕਰਕੇ ਮੈਨੂੰ ਇੰਝ ਲੱਗਦਾ ਕਿ ਚਾਹੇ ਕਾਂਗਰਸ ਹੋਵੇ ਚਾਹੇ ਬੀਜੇਪੀ ਹੋਵੇ, ਇਹ ਦਿੱਲੀ ਦਾ ਇੱਕ ਨੈਰੇਟਿਵ ਸੈੱਟ ਹੈ, ਕਲੀਅਰ ਹੈ, ਪੈਕਟ ਹੈ ਕਿ ਅਸੀਂ ਕਿਸੇ ਨਾ ਕਿਸੇ ਢੰਗ ਦੇ ਨਾਲ ਜਿਹੜੀਆਂ ਪੰਜਾਬ ਦੀਆਂ ਮੰਗਾਂ ਨੇ ਉਹਨਾਂ ਨੂੰ ਸਿੱਖਾਂ ਨਾਲ ਜੋੜ ਕੇ ਤੇ ਸਿੱਖਾਂ ਨੂੰ ਦਬਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਕਿ ਉਹ ਚਲੋ ਲਗਾਤਾਰ ਕਹਿ ਰਹੇ ਨੇ ਵੀ ਇਹ ਵੈਰ ਖੱਟ ਰਹੇ ਨੇ ਜਾਂ ਫਿਰ ਹੈ ਨਾ ਜੀ ਤੰਗ ਕੀਤਾ ਜਾ ਰਿਹਾ ਹੈ, ਹਿੰਦੂਆਂ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਪੰਜਾਬ ਦੇ ਸਿੱਖਾਂ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਪਰ ਤੁਹਾਨੂੰ ਲੱਗਦਾ ਕਿਸੇ ਹਿੰਦੂ ਭਰਾ ਦੇ ਨਾਲ ਜਾਂ ਹਿੰਦੂ ਵੀਰਾਂ ਨਾਲ ਤੁਹਾਡੀ ਗੱਲਬਾਤ ਵੀ ਹੋ ਰਹੀ ਹੈ, ਉਹਨੇ ਇਹਨਾਂ ਮੋਰਚਿਆਂ ਦੇ ਵਿੱਚ ਵੀ ਆ ਰਹੇ ਹੋਣਗੇ ਜਾਂ ਨਹੀਂ ਆ ਰਹੇ? ਕੀ ਤੁਹਾਨੂੰ ਲੱਗਦਾ ਵੀ ਸਿੱਖਾਂ ਤੋਂ ਤੰਗ ਨਜ਼ਰ ਆ ਰਹੇ ਨੇ ਹਿੰਦੂ ਭਰਾ? ਵੀਰੇ ਕੋਈ ਤੰਗ ਨਜ਼ਰ ਨਹੀਂ ਆ ਰਿਹਾ, ਸਿੱਖਾਂ ਤੋਂ ਤੰਗ ਨਹੀਂ ਆ। ਮੈਨੂੰ ਇਹ ਦੱਸੋ, ਮੈਂ ਪੁੱਛਣਾ ਚਾਹੁੰਦਾ ਕਿ ਜੇ ਸਾਡੇ ਨਾਂ ਲੱਗਦਾ, ਸਰਕਾਰਾਂ ਨੇ ਲਾਇਆ ਕਿ ਫਲਾਂ ਵੇਲੇ ਹਿੰਦੂਆਂ ਨੂੰ ਬੱਸਾਂ 'ਚੋਂ ਕੱਢ ਕੇ ਮਾਰਿਆ ਗਿਆ ਸੀ, ਪਿਛਲੇ 30 ਸਾਲਾਂ ਤੋਂ ਹੋਇਆ ਕਿਤੇ? ਕਿਉਂਕਿ ਉਦੋਂ ਸਰਕਾਰਾਂ ਨੈਰੇਟਿਵ ਸੈੱਟ ਕਰਨਾ ਚਾਹੁੰਦੀਆਂ ਸੀਗੀਆਂ, ਉਦੋਂ ਇਹ ਸਾਰੇ ਪ੍ਰੋਪੇਗੈਂਡੇ ਕੀਤੇ ਗਏ। ਅੱਜ ਤੱਕ ਤਾਂ ਕਿਸੇ ਵੀ ਸਿੱਖਾਂ ਦਾ ਹਿੰਦੂਆਂ ਦੇ ਨਾਲ ਕੋਈ ਪੰਜਾਬ 'ਚ ਕਨਫਲਿਕਟ ਹੈ ਹੀ ਨਹੀਂ ਹੈ। ਪਿਛਲੇ 30 ਸਾਲਾਂ ਦਾ ਇਤਿਹਾਸ ਵੇਖੋ, ਰਾਜਨੀਤਿਕ ਤੌਰ ਤੇ 100 ਵਾਰੀ ਕੋਈ ਲੜੇ ਹੋਣਗੇ, ਗੈਂਗਸਟਰ ਆਪਸ ਵਿੱਚ ਲੜੇ ਹੋਣਗੇ, ਪਰ ਕਿਤੇ ਵੀ ਤੁਹਾਨੂੰ ਸਿੱਖਾਂ ਦਾ ਹਿੰਦੂਆਂ ਨਾਲ ਕੋਈ ਕਲੇਸ਼ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ। ਤੇ ਇੱਕ ਭਾਸ਼ਣ ਦੇ ਵਿੱਚ ਬਹੁਤ ਵਧੀਆ ਤੁਸੀਂ ਮਿਸਾਲ ਦੱਸੀ ਹੈ, ਉਹਨਾਂ ਨੂੰ ਮੈਂ ਜ਼ਰੂਰ ਚਾਹਾਂਗਾ ਕਿ ਦਰਸ਼ਕਾਂ ਨੂੰ ਜ਼ਰੂਰ ਦੱਸਿਓ ਤਾਂ ਜੋ ਇਹਨਾਂ ਲੋਕਾਂ ਨੂੰ ਜਿਹੜੇ ਟਿੱਪਣੀਆਂ ਕਰਦੇ ਨੇ ਪਤਾ ਲੱਗੇ ਤੇ ਹਿੰਦੂ ਸਿੱਖ ਕੀ ਚਾਹੁੰਦੇ ਨੇ, ਕੀ ਦੇਖਦੇ ਨੇ। ਵੀਰੇ ਅਸੀਂ ਜਦੋਂ ਸਵੇਰੇ ਆ ਕੇ ਸਟੇਜ ਸੈਟਅਪ ਕੀਤੀ ਤੇ ਸਟੇਜ ਦੇ ਬਿਲਕੁਲ ਸੱਜੇ ਬੰਨੇ, ਕਿਉਂਕਿ ਗੁਲਮੋਹਰ ਹੋਟਲ ਦੀ ਬੈਕ ਸਾਈਡ ਹੈ ਤੇ ਉਹਦੇ ਕਾਰਨਰ ਦੇ ਉੱਤੇ ਇੱਕ ਖੋਖਾ ਸੀ ਜਿੱਥੇ ਤੰਬਾਕੂ ਬੀੜੀਆਂ ਜਾਂ ਜੋ ਵੀ ਉਹਨਾਂ ਦਾ ਸੀਗਾ ਉਹ ਵੇਚਦੇ ਸੀਗੇ ਤੇ ਅਸੀਂ ਉਹਨੂੰ ਸਾਡੇ ਰਿਕੁਐਸਟ ਕਰਨ ਤੋਂ ਪਹਿਲਾਂ ਹੀ ਉਹਨੇ ਉਹ ਬੰਦ ਕਰਤਾ। ਸਾਨੂੰ ਲੱਗਾ ਵੀ ਕਿਸੇ ਨੇ ਸਾਡੇ ਵੀਰਾਂ ਚੋਂ, ਪ੍ਰਬੰਧਕ ਵੀਰਾਂ ਚੋਂ ਕਿਸੇ ਨੇ ਉਹਨੂੰ ਕਿਹਾ ਕਿ ਤੂੰ ਭਾਈ ਬੰਦ ਕਰ ਦੇ। ਉਹ ਹਿੰਦੂ ਵੀਰ ਸੀ ਜੀ? ਉਹ ਬਿਲਕੁਲ ਹਿੰਦੂ ਵੀਰ ਸੀਗਾ ਜੀ, ਇਸ ਟਾਈਮ ਉਹ ਧਰਨੇ ਦੇ ਵਿੱਚ ਮੌਜੂਦ ਆ ਹੁਣ ਵੀ। ਉਹ ਵੀਰੇ ਨੇ ਜਦੋਂ ਖੋਖਾ ਬੰਦ ਕੀਤਾ ਤੇ ਮੇਰੇ ਮਨ ਵਿੱਚ ਜਿਵੇਂ ਆਪਣਾ ਇੱਕ ਸਿੱਖ ਸਾਈਕੀ ਹੈ ਕਿ ਯਾਰ ਸਾਡੀ ਵਜ੍ਹਾ ਨਾਲ ਉਹਦਾ ਅੱਜ ਦਾ ਪੂਰੇ ਦਿਨ ਦਾ ਰੁਜ਼ਗਾਰ ਖਤਮ ਹੋਣਾ, ਇਦਾਂ ਕਰੋ ਥੋੜੇ ਜਿਹੇ ਪੈਸੇ ਆਪਾਂ ਉਹਨੂੰ ਦੇ ਦਈਏ ਤਾਂ ਕਿ ਉਹਦਾ ਅੱਜ ਉਹਨੇ ਵਿਚਾਰੇ ਨੇ ਰੇਹੜੀ ਲਾ ਕੇ ਘਰ ਜਾਣਾ ਜਦੋਂ, ਤੇ ਉਹਦੇ ਬੱਚੇ ਵੀ ਰਾਹ ਤੱਕਦੇ ਹੋਣਗੇ ਵੀ ਸਾਡੇ ਪਿਓ ਨੇ ਕਮਾ ਕੇ ਆਉਣਾ ਤੇ ਉਹਨੂੰ ਲਾਸ ਨਾ ਹੋਵੇ। ਔਰ ਮੈਨੂੰ ਇਸ ਗੱਲ ਦੀ ਕਹਿਣ ਲੱਗਿਆ, ਮੈਂ ਸ਼ਾਇਦ ਭਾਵਕ ਹੋ ਜਾ ਕਿ ਜਿੰਨੇ ਪੈਸੇ ਅਸੀਂ ਦਿੱਤੇ ਉਹਨੂੰ, ਉਹਨੇ ਲੈਣ ਤੋਂ ਇਨਕਾਰ ਕੀਤਾ। ਚਲੋ ਅਸੀਂ ਬਾਰ-ਬਾਰ ਬੰਦਾ ਕਹਿੰਦਾ ਨਹੀਂ ਲੈ ਲਾ, ਉਹਨੇ ਆਪਣੀ ਜੇਬ 'ਚੋਂ 100 ਰੁਪਈਆ ਕੱਢ ਕੇ ਉਹਨਾਂ ਪੈਸਿਆਂ ਦੇ ਨਾਲ ਰੱਖ ਕੇ ਮੈਨੂੰ ਸਟੇਜ ਤੇ ਆ ਕੇ ਵਾਪਸ ਕੀਤਾ, ਕਹਿੰਦਾ ਭਾਈ ਸਾਹਿਬ ਆ ਮੇਰੇ ਵੱਲੋਂ 100 ਰੁਪਈਆ ਲੈ ਲਓ ਤੇ ਲੰਗਰ 'ਚ ਪਾ ਦਿਓ। ਵਾਹ ਵਾਹ ਵੀਰੇ, ਮੈਨੂੰ ਲੱਗਦਾ ਕਿ ਮੈਂ ਸਾਰੀ ਉਮਰ ਉਸ 100 ਰੁਪਏ ਦਾ ਕਰਜ਼ਦਾਰ ਰਵਾਂਗਾ, ਹਿੰਦੂ ਧਰਮ ਦਾ, ਨਾ ਕਿ ਉਸ ਬੰਦੇ ਦਾ ਇਕੱਲੇ ਦਾ, ਕਿਉਂਕਿ ਉਹ ਇੱਕ ਕਮਿਊਨਿਟੀ ਨੂੰ, ਜੇ ਇਸ ਦੇਸ਼ ਦੇ ਵਿੱਚ ਹਿੰਦੂ ਮੁਸਲਿਮ ਸਿੱਖ ਈਸਾਈ ਦਾ ਮਸਲਾ ਹੁੰਦਾ ਤੇ ਫਿਰ ਮੈਂ ਵੀ ਇਹਨੂੰ ਹਿੰਦੂ ਬਣਾ ਕੇ ਵੇਖਾਂਗਾ। ਤੇ ਉਹ ਹਿੰਦੂ ਵੀਰ ਦਾ ਦਿੱਤਾ ਹੋਇਆ 100 ਰੁਪਈਆ ਇਸ ਧਰਨੇ ਵਿੱਚ ਮੈਨੂੰ ਲੱਗਦਾ ਕਿ ਉਹਨਾਂ ਲੋਕਾਂ ਲਈ ਜਿਹੜੇ ਪਾੜਾ ਪਾਉਣਾ ਚਾਹੁੰਦੇ ਆ ਉਹਨਾਂ ਦੇ ਮੂੰਹ ਤੇ ਚਪੇੜ ਹੈ ਤੇ ਇਸ ਕਿਸਾਨੀ ਸੰਘਰਸ਼ ਲਈ ਸਭ ਤੋਂ ਵੱਡੀ ਡੋਨੇਸ਼ਨ ਹੈ 100 ਰੁਪਈਆ। ਬਹੁਤ ਵਧੀਆ। ਤੇ ਹੁਣ ਕਿਵੇਂ ਤੁਹਾਨੂੰ ਲੱਗਦਾ ਵੀ ਪਿੰਡਾਂ ਤੋਂ ਸ਼ਹਿਰਾਂ ਵੱਲ ਨੂੰ ਤੁਸੀਂ ਆਪ ਆਇਓ ਜਾਂ ਸ਼ਹਿਰੀਆਂ ਨੇ ਬੁਲਾਇਆ ਬਈ ਨਹੀਂ ਅਸੀਂ ਵੀ ਨਾਲ ਹਾਂ ਜੀ, ਜਾਂ ਤੁਸੀਂ ਹਲੂਣਾ ਦੇਣਾ ਆਇਓ ਬਈ ਜਾਗੋ ਸ਼ਹਿਰੀਓ, ਪਿੰਡੂਆਂ ਦਾ ਮਸਲਾ ਨਹੀਂ ਆ, ਸਭ ਦਾ ਸਾਂਝਾ? ਵੀਰੇ ਐਕਚੁਅਲੀ ਅਲਾਈਅੰਸ ਆਫ ਸਿੱਖ ਆਰਗੇਨਾਈਜੇਸ਼ਨ ਦੀ ਜਿਹੜੀ ਟੀਮ ਹੈ ਉਹਦੇ ਵਿੱਚ ਸ਼ਹਿਰੀ ਵਰਗ ਵੀ ਬਹੁਤ ਸਾਰਾ, ਉਹਦੇ 'ਚ ਪਿੰਡਾਂ ਦੀਆਂ ਸਿੱਖ ਆਰਗੇਨਾਈਜੇਸ਼ਨਸ ਵੀ ਨੇ। ਸੋ ਅਸੀਂ ਕਿਉਂਕਿ ਲੁਧਿਆਣੇ 'ਚ ਸਾਡਾ ਮੇਨ ਹੈੱਡ ਆਫਿਸ ਹੈ, ਇਸ ਕਰਕੇ ਅਲਾਈਅੰਸ ਦੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਲੁਧਿਆਣੇ ਦੇ ਵਿੱਚ ਸੀਗੀਆਂ, ਅਸੀਂ ਆਪਸ 'ਚ ਬੈਠ ਕੇ ਹੀ ਇਹ ਨਿਰਣਾ ਕੀਤਾ ਸੀ। ਇਹ ਦੋ ਚੀਜ਼ਾਂ ਅਸੀਂ ਚਾਹੁੰਦੇ ਸੀ ਵੀ ਇੱਕ ਤਾਂ ਡਾਕੂਮੈਂਟ ਰਿਲੀਜ਼ ਕੀਤਾ ਜਾਵੇ ਜਿਹੜਾ ਹੱਟੀ ਪੱਟੀ ਤੋਂ ਲੈ ਕੇ ਕਿਸੇ IAS ਆਫੀਸਰ ਤੱਕ ਵੀ ਸੌਖੇ ਭਾਸ਼ਾ 'ਚ ਸਮਝ ਲੱਗੇ ਕਿ 3 ਕਾਨੂੰਨ ਜਿਹੜੇ ਨੇ ਇਹ ਕਿੱਦਾਂ ਕਾਲੇ ਨੇ। ਦੂਜਾ ਇਹ ਬੇਨਤੀ ਸੀਗੀ ਕਿ ਸ਼ਹਿਰੀ ਵਰਗ ਨੂੰ ਸੁਚੇਤ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ 'ਚ ਜਦੋਂ ਸ਼ਹਿਰੀ ਵਰਗ ਸੁਚੇਤ ਹੋਏਗਾ ਤੇ ਉਹਨੂੰ ਪਤਾ ਲੱਗੇਗਾ ਕਿ ਪੰਜਾਬੀ ਹਿੰਦੂ ਭਾਵੇਂ ਕੋਈ ਰੇਹੜੀ ਲਾ ਰਿਹਾ, ਭਾਵੇਂ ਕੋਈ ਬਿਹਾਰ ਤੋਂ ਇੱਥੇ ਆਇਆ ਹੋਇਆ, ਭਾਵੇਂ ਦੂਜੀਆਂ ਸਟੇਟਾਂ ਤੋਂ ਪੰਜਾਬ ਨੂੰ ਇਕਨੋਮਿਕਲੀ ਸਟਰੋਂਗ ਮੰਨ ਕੇ ਲੋਕ ਆਪਣਾ ਰੋਜੀ ਰੋਟੀ ਚਲਾਉਂਦੇ ਨੇ, ਉਹਨਾਂ ਸਾਰਿਆਂ ਦੇ ਲਈ ਇਕਨੋਮਿਕਲੀ ਵੀਕ ਹੋਣ ਦਾ ਮਸਲਾ ਹੈ, ਉਹਨਾਂ ਦੀ ਰੋਜੀ ਰੋਟੀ ਦਾ ਮਸਲਾ, ਉਹਨਾਂ ਦੀ ਜਾਨ ਦਾ ਮਸਲਾ ਹੈ, ਉਹਨਾਂ ਦੀ ਭੁੱਖ ਦਾ ਮਸਲਾ। ਇਸ ਕਰਕੇ ਉਹਨਾਂ ਨੂੰ ਜਗਾਉਣਾ ਵੀ ਬਹੁਤ ਜ਼ਰੂਰੀ ਸੀ। ਦੋ ਫਾਇਦੇ ਹੋਣਗੇ, ਇੱਕ ਤਾਂ ਇਹ ਲੋਕ ਕਿਸਾਨ ਦੇ ਨਾਲ ਆ ਜਾਣਗੇ, ਦੂਜਾ ਜਿਹੜਾ ਵੰਡੀ ਪਾਈ ਜਾ ਰਹੀ ਹੈ ਸੈਂਟਰ ਵੱਲੋਂ ਬਾਰ-ਬਾਰ, ਖਾਸ ਕਰਕੇ ਹਿੰਦੂ ਸਿੱਖ ਦੀ ਜਾਂ ਸ਼ਹਿਰੀ ਪੇਂਡੂ ਦੀ, ਉਹ ਵੀ ਦੂਰ ਹੋਏਗੀ ਤੇ ਸ਼ਹਿਰ ਦੇ ਨੌਜਵਾਨ ਨੂੰ ਪਤਾ ਲੱਗੇਗਾ ਕਿ ਇਹ ਟਰੈਕਟਰਾਂ ਵਾਲਿਆਂ ਦਾ ਮਸਲਾ ਨਹੀਂ ਹੈ, ਇਹ ਮਰਸੀਡੀਜ਼ ਬੈਂਜ਼ ਵਾਲਿਆਂ ਦਾ ਮਸਲਾ ਵੀ ਹੋ ਸਕਦਾ। ਬਿਲਕੁਲ। ਸੋ ਵੀਰ ਜੀ, ਇਸ ਚੀਜ਼ ਨੂੰ ਤੁਸੀਂ ਕਿਵੇਂ ਮੰਨਦੇ ਹੋ? ਜਿੰਨੇ ਵੀ ਇਸ ਬਿੱਲ ਦੀ ਹਿਮਾਇਤ ਕਰ ਰਹੇ ਨੇ, ਚਾਹੇ ਉਹ ਭਾਜਪਾ ਦੇ ਆਗੂ ਨੇ ਜਾਂ ਕੋਈ ਹੋਰ ਵੀ ਨੇ, ਤੁਸੀਂ ਉਹਨਾਂ ਲੋਕਾਂ ਦਾ ਵਿਰੋਧ ਕਰਦੇ ਹੋ?
ਵੀਰੇ ਅਸੀਂ ਉਹਨਾਂ ਦਾ ਵਿਰੋਧ ਨਹੀਂ ਕਰਦੇ, ਅਸੀਂ ਉਹਨਾਂ ਤੇ ਤਰਸ ਕਰਦੇ ਹਾਂ। ਅੱਛਾ ਜੀ। ਔਰ ਦੁੱਖ ਇਸ ਗੱਲ ਦਾ ਹੈ ਕਿ ਬੀਜੇਪੀ ਦੀ ਸਰਕਾਰ ਕਹਿੰਦੀ ਵੀ ਅਸੀਂ ਲੋਕਾਂ ਦੇ ਨੁਮਾਇੰਦੇ ਆ, ਭਾਰਤੀ ਜਨਤਾ ਪਾਰਟੀ, ਇਹ ਭਾਰਤੀ ਅੰਬਾਨੀ ਪਾਰਟੀ ਹੋ ਗਿਆ, ਭਾਰਤੀ ਕਾਰਪੋਰੇਟ ਪਾਰਟੀ ਕਿੱਦਾਂ ਹੋ ਗਿਆ ਕਿ ਤੁਸੀਂ ਤਾਂ ਨੁਮਾਇੰਦੇ ਹੋ ਜਨਤਾ ਦੇ, ਭਾਰਤ ਦੀ ਜਨਤਾ ਦੇ, ਤੇ ਭਾਰਤ ਦੀ ਜਨਤਾ ਦੇ ਨੁਮਾਇੰਦੇ ਬਣ ਕੇ ਰਹੋ, ਨਾ ਕਿ ਤੁਸੀਂ ਅੰਬਾਨੀਆਂ ਅਡਾਨੀਆਂ ਦੀਆਂ ਚੱਪਲੀਆਂ ਚੱਟੋ। ਇਸ ਕਰਕੇ ਕਿਉਂਕਿ ਲੋਕਾਂ ਨੇ ਤੁਹਾਨੂੰ ਚੁਣਿਆ, ਠੀਕ ਹੈ, ਪੈਸੇ ਅੰਬਾਨੀਆਂ ਅਡਾਨੀਆਂ ਨੇ ਲਾਏ ਸੀ, ਆਪਦੇ ਚੌਪਰ ਜਹਾਜ਼ ਮੋਦੀ ਜੀ ਨੂੰ ਅੰਬਾਨੀਆਂ ਅਡਾਨੀਆਂ ਨੇ ਦਿੱਤੇ ਸੀਗੇ, ਪਰ ਵੋਟ ਜਿਹੜੀ ਪਈ ਹੈ, ਐਮਪੀਜ਼ ਜਿਹੜੇ ਚੁਣੇ ਗਏ ਆ, ਉਹ ਸਾਰੇ ਦੇ ਸਾਰੇ ਭਾਰਤ ਦੀ ਜਨਤਾ ਦੇ ਨੇ। ਤੇ ਜੇ ਭਾਰਤ ਦੀ ਜਨਤਾ ਦੇ ਵਿੱਚੋਂ ਬਹੁਤਾਤ ਗਿਣਤੀ ਕਿਸਾਨਾਂ ਦੀ ਹੈ, ਤੇ ਤੁਸੀਂ ਚੰਦ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਜਾਂ ਉਹਨਾਂ ਨੂੰ ਫਾਇਦਾ ਪਹੁੰਚਾਉਣ ਲਈ ਜਾਂ ਜਿਹੜੀਆਂ ਅਮਰੀਕਨ ਨੀਤੀਆਂ ਨੇ ਉਹਨਾਂ ਨੂੰ ਇੰਡੀਆ 'ਚ ਲਾਗੂ ਕਰਨ ਵਾਸਤੇ ਤੁਸੀਂ ਕਾਰਪੋਰੇਟ ਘਰਾਣਿਆਂ ਨੂੰ ਸਪੋਰਟ ਕਰ ਰਹੇ ਹੋ ਤੇ ਕਿਸਾਨਾਂ ਨੂੰ ਝੂਠ ਬੋਲ ਰਹੇ ਹੋ, ਕਿਸਾਨਾਂ ਦੀ ਪਿੱਠ 'ਚ ਛੁਰਾ ਘੋਪ ਰਹੇ ਹੋ। ਜਦੋਂ ਵੇਖੋ ਵੀਰੇ, ਸਿੰਪਲ ਜਿਹਾ ਫੰਡ ਹੈ, ਡੈਮੋਕ੍ਰੇਸੀ ਦਾ ਰੂਲ ਹੁੰਦਾ, ਆਪਾਂ 9ਵੀਂ ਕਲਾਸ 'ਚ ਪੜ੍ਹਦੇ ਸੀ ਪੋਲੀਟੀਕਲ ਸਾਇੰਸ 'ਚ ਵੀ, ਫॉर द ਪੀਪਲ ਬਾय द ਪੀਪਲ। ਉਹ ਜਿਹੜਾ ਫॉर द ਪੀਪਲ ਹੈ, ਉਹ ਅੱਜ ਫॉर द ਅੰਬਾਨੀਜ਼ ਕਿਵੇਂ ਹੋ ਗਿਆ, ਉਹ ਡੈਮੋਕ੍ਰੇਸੀ ਫॉर द ਅੰਬਾਨੀਜ਼ ਕਿਵੇਂ ਹੋ ਗਈ। ਸੋ ਮੈਨੂੰ ਲੱਗਦਾ ਹੈ ਕਿ ਸਾਨੂੰ ਜਿਹੜਾ ਹੈ ਉਸ ਗੱਲ ਤੇ ਕੰਸਨਟਰੇਟ ਕਰਕੇ ਪੰਜਾਬ ਦੇ ਲੋਕਾਂ ਨੂੰ ਜਗਾਉਣਾ ਪੈਣਾ ਹੈ ਕਿ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਤੇ ਇਹ ਸਾਰੇ ਲੋਕ ਬਿਲਕੁਲ ਝੂਠ ਬੋਲ ਰਹੇ ਨੇ। ਕੁਝ ਵਿਕਾਊ ਕਿਸਾਨ ਵੀ ਹੋ ਸਕਦਾ ਇਹਨਾਂ ਦੇ ਨਾਲ ਹੋਣ, ਕਿਉਂਕਿ ਦਿਖਾਉਣਾ ਪੈਂਦਾ, ਜਿਵੇਂ ਬਹੁਤ ਸਾਰੇ ਐਕਟਰੈਸ ਜਿਹੜੀਆਂ ਨੇ ਉਹਨਾਂ ਨੂੰ ਨਾਲ ਲੈ ਕੇ ਕਈ ਵਾਰੀ ਪ੍ਰਮੋਸ਼ਨ ਕੰਪੇਨ ਹੁੰਦੀ ਹੈ। ਮੈਨੂੰ ਲੱਗਦਾ ਵੀ ਇਹਨਾਂ ਨੇ ਵੀ ਕੋਈ ਟਰੈਕਟਰਾਂ ਵਾਲੇ ਕਿਸਾਨ ਖਰੀਦੇ ਨੇ ਤੇ ਨਾਲ ਦੀ ਨਾਲ ਇਹਨਾਂ ਦੀ ਸਾਰੀ ਲੀਡਰਸ਼ਿਪ ਪੰਜਾਬ ਦੇ ਕਿਸਾਨ ਨੂੰ, ਭਾਰਤ ਦੇ ਕਿਸਾਨ ਨੂੰ ਮੂਰਖ ਬਣਾਉਣ ਤੇ ਤੁੱਲੀ ਹੋਈ ਹੈ ਵੀ ਇਹ ਜਿਹੜੇ ਆਰਡੀਨੈਂਸ ਹੈ ਜਾਂ ਇਹ ਹੁਣ ਕਾਨੂੰਨ ਹੀ ਬਣ ਗਿਆ, ਇਹ ਕਾਨੂੰਨ ਜਿਹੜੇ ਆ ਇਹ ਕਿਸਾਨਾਂ ਦੇ ਹਿੱਤ ਲਈ ਨੇ। ਹੋ ਸਕਦਾ ਮੈਂ ਮੰਨਦਾ ਇਹ ਗੱਲ ਕਿ ਇਹ ਯੂਪੀ ਦੇ, ਮਹਾਰਾਸ਼ਟਰ ਦੇ ਜਾਂ ਦੂਜੀਆਂ ਸਟੇਟਾਂ ਦੇ ਜਿੱਥੇ ਐਮਐਸਪੀ ਨਹੀਂ ਸੀ, ਹੋ ਸਕਦਾ ਕਿਤੇ ਨਾ ਕਿਤੇ ਥੋੜਾ ਬਹੁਤਾ ਲਾਭ ਪਹੁੰਚਾਉਂਦੇ ਹੋਣ, ਪਰ ਪੰਜਾਬ ਜਿਹਨੇ 80% ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ, ਤੇ ਚਾਹੇ ਕਾਰਗਿਲ ਹੋਵੇ ਚਾਹੇ ਚਾਈਨਾ ਬਾਰਡਰ ਤੇ ਵਾਰ ਹੋਵੇ, ਹਮੇਸ਼ਾ ਇਹ ਪੱਗਾਂ ਜਾ ਕੇ ਭਾਰਤ ਵੱਲੋਂ ਲੜੀਆਂ ਤੇ ਦੁਸ਼ਮਣ ਨੂੰ ਭਾਂਜ ਦਿੱਤੀ ਹੈ। ਸੋ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਕਾਨੂੰਨ ਜਿਹੜੇ ਉਹ ਬਹੁਤ ਖਤਰਨਾਕ ਨੇ। ਦਿੱਲੀ ਨੂੰ ਸੋਚਣਾ ਪੈਣਾ ਕਿ ਇਹ ਪੰਜਾਬ ਨਾਲ ਦਿੱਲੀ ਦਾ ਕਨਫਲਿਕਟ ਜਿਹੜਾ ਇਹ ਪਹਿਲਾਂ ਵੀ ਬਹੁਤ ਵਾਸਟ ਜਿਹੜਾ ਸੀਗਾ, ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਖੋਇਆ, ਇਹਨਾਂ ਨੇ ਮੁੱਖ ਮੰਤਰੀ ਖੋਇਆ, ਇੱਧਰ ਨੂੰ ਨਾ ਜਾਵੇ। ਅਸੀਂ ਚਾਹੁੰਦੇ ਹਾਂ ਕਿ ਧਰਨਿਆਂ ਤੇ ਸ਼ਾਂਤਮਈ ਢੰਗ ਨਾਲ ਪ੍ਰੋਟੈਸਟ ਕਰ ਰਹੇ ਪੰਜਾਬੀਆਂ ਨੂੰ ਇਨਸਾਫ ਦਿੱਤਾ ਜਾਵੇ, ਨਹੀਂ ਤਾਂ ਇਹ ਲਹਿਰ ਇੰਨੀ ਵੱਡੀ ਬਣੇਗੀ ਕਿ ਇਹ ਯੂਐਨਓ ਤੱਕ ਜਾਏਗੀ। ਤੁਸੀਂ ਦੇਖਿਆ ਅਮਰੀਕਾ, ਕੈਨੇਡਾ, ਯੂਰਪ ਦੇ ਵਿੱਚ ਪੰਜਾਬੀਆਂ ਨੇ ਅਜੇ ਤਾਂ ਮਾਰਚ ਕੱਢੇ ਨੇ। ਉਹ ਟਾਈਮ ਆਏਗਾ ਕਿ ਜਦੋਂ ਸਾਨੂੰ ਯੂਐਨਓ ਦਾ ਕੁੰਡਾ ਖੜਕਾਉਣਾ ਪਏਗਾ ਕਿ ਪੰਜਾਬ ਦੀ ਕਿਸਾਨੀ ਦਾ ਲੱਕ ਤੋੜਨ ਲਈ ਜਿਹੜਾ ਉਹ ਬੀਜੇਪੀ ਗਵਰਨਮੈਂਟ ਧੱਕਾ ਕਰ ਰਹੀ ਹੈ। ਇਸ ਵਾਰੀ 84 ਨਹੀਂ ਹੈ, ਉਹ ਹਾਲਾਤ ਨਹੀਂ ਹੈ। ਹੋ ਸਕਦਾ ਹੈ ਸਰਕਾਰ ਸਟਰੋਂਗ ਹੋ ਗਈ ਹੈ ਕਿ ਉਹਨਾਂ ਕੋਲ ਬਹੁਤ ਵੱਡਾ ਬਹੁਮਤ ਹੈ, ਪਰ ਮੀਡੀਆ ਹੈ ਉਹਦੇ ਕੰਪੈਰੀਟਿਵਲੀ ਪੰਜਾਬ ਵੀ ਸਟਰੋਂਗ ਹੋ ਗਿਆ। ਹੁਣ ਉਹਦੀ ਆਵਾਜ਼ ਪੂਰੀ ਦੁਨੀਆ 'ਚੋਂ ਬੁਲੰਦ ਹੋਏਗੀ। ਸੋਸ਼ਲ ਮੀਡੀਆ ਹੈਗਾ, ਤੁਹਾਡੇ ਵਰਗੇ ਮੀਡੀਆ ਚੈਨਲਸ ਨੇ ਜਿਹੜੇ ਪੰਜਾਬ ਦੇ ਕਿਸਾਨ ਦੀ ਆਵਾਜ਼ ਪੂਰੀ ਦੁਨੀਆ ਤੱਕ ਲੈ ਕੇ ਜਾਂਦੇ ਨੇ। ਸੋ ਹੁਣ ਮੈਂ ਕਹਿਣਾ ਚਾਹੁੰਦਾ ਦਿੱਲੀ ਨੂੰ ਵੀ 84 ਨਹੀਂ ਹੈ, ਸਮਾਂ ਬਦਲ ਗਿਆ। ਥੋੜ੍ਹੇ ਜਿਹੇ ਤੁਸੀਂ ਵੀ ਸਿਆਣੇ ਬਣੋ ਤੇ ਧਰਨਿਆਂ 'ਤੇ ਬੈਠਿਆਂ ਨੂੰ ਹੀ ਜਿਹੜੇ ਹੱਕ ਹੈ ਦੇ ਦਿਓ, ਵਰਨਾ ਫਿਰ ਜਾਂ ਫਿਰ ਸਾਡਾ ਇਤਿਹਾਸ ਪੜ੍ਹ ਲਓ। ਦੋਵਾਂ ਕਹਾਣੀਆਂ 'ਚ ਸਾਨੂੰ ਮਜਬੂਰ ਨਾ ਕੀਤਾ ਜਾਵੇ ਕਿ ਪੰਜਾਬ ਦੀ ਜਵਾਨੀ ਜਿਹੜੀ ਹੈ ਉਹ ਕਿਸੇ ਪੁੱਠੇ ਰਾਹ ਚੱਲ ਕੇ ਆਪਣੇ ਹੱਕਾਂ ਦੀ ਗੱਲ ਕਰੇ। ਸਿੱਧੇ ਸਿੱਧੇ ਚੱਲ ਰਹੀ ਹੈ, ਇਹਨੂੰ ਸਿੱਧੇ ਸਿੱਧੇ ਹੱਕ ਦੇ ਦਿਓ। ਜੀ, ਤੁਸੀਂ ਗੱਲ ਕੀਤੀ ਧੱਕੇ ਦੀ, ਵੀ ਬੀਜੇਪੀ ਧੱਕਾ ਕਰ ਰਹੀ ਹੈ, ਪਰ ਬੀਜੇਪੀ ਦੇ ਲੀਡਰਾਂ ਦਾ ਵੀ ਵਿਰੋਧ ਕਰਨ ਦੀ ਗੱਲ ਕਿਸਾਨ ਕਹਿ ਰਹੇ ਨੇ। ਹਰਜੀਤ ਗਰੇਵਾਲ ਜਿਹੜੇ ਬੀਜੇਪੀ ਦੇ ਹੀ ਆਗੂ ਨੇ, ਉਹਨਾਂ ਨੇ ਸਿੱਧੇ ਤੌਰ ਤੇ ਕਹਿਤਾ ਸੀ, ਕਹਿੰਦੇ ਕਿਸਾਨਾਂ ਨੇ ਕਿਹਾ ਅਸੀਂ ਪਿੰਡਾਂ 'ਚ ਰੋਕਾਂਗੇ ਇਹਨਾਂ ਨੂੰ, ਉਹ ਕਹਿੰਦੇ ਸਾਨੂੰ ਡੱਕ ਕੇ ਦੇਖ ਲਿਓ ਜਾਂ ਰੋਕ ਕੇ ਦੇਖ ਲਿਓ, ਮੈਂ ਵੜ ਕੇ ਦਿਖਾਵਾਂਗਾ। ਕਹਿੰਦੇ ਪਿੰਡਾਂ ਦੇ ਵਿੱਚ ਜਿਹੜੇ ਬੀਜੇਪੀ ਨੂੰ ਝੂਠ ਦੱਸ ਰਹੇ ਨੇ, ਕਹਿ ਰਹੇ ਨੇ ਬੀਜੇਪੀ ਧੱਕਾ ਕਰ ਰਹੀ ਹੈ, ਉਹ ਕਾਂਗਰਸੀ ਏਜੰਟ ਨੇ। ਕੀ ਤੁਸੀਂ ਕਾਂਗਰਸੀ ਏਜੰਟ ਹੋ ਜੀ? ਵੀਰੇ ਵੇਖੋ, ਮੈਂ ਉਹੀ ਗੱਲ ਕਹਿ ਰਿਹਾ ਕਿ ਜੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਪੰਜਾਬ ਦੀਆਂ ਮੰਗਾਂ ਦੀ ਗੱਲ ਕਰੇ ਔਰ ਜਿਹੜੀਆਂ ਸਮੱਸਿਆਵਾਂ ਅੱਜ ਉੱਠੀਆਂ 30 ਸਾਲਾਂ ਬਾਅਦ ਇਹ ਅਨੰਦਪੁਰ ਦੇ ਮੱਤੇ 'ਚ ਨਹੀਂ ਸੀਗੀਆਂ, ਉਹਨੂੰ ਕਿਹਾ ਕਾਂਗਰਸੀ ਏਜੰਟ ਹੈ। ਕਿਉਂਕਿ ਇਹੀ ਵੀਰੇ ਇਹ ਪੰਜਾਬ ਦਾ ਭਲਾ ਨਹੀਂ ਹੈ, ਇਹ ਇੱਕ ਰਾਜਨੀਤਿਕ ਦੀ ਲੜਾਈ ਹੈ ਕਿ ਜਿਹੜਾ ਜਿਹਦੇ ਨਾਲ ਤੁਹਾਡੀ ਨਹੀਂ ਬਣਦੀ ਉਹ ਦੂਜੇ ਦਾ ਏਜੰਟ ਹੈ ਜੀ। ਜੇ ਸਿੱਖ ਪੰਜਾਬ ਦੀ ਆਪਣੇ ਹੱਕਾਂ ਦੀ ਗੱਲ ਕਰਨ, ਵੇਖੋ ਮੈਂ ਹੁਣੇ ਸਟੇਜ ਤੇ ਵੀ ਬੋਲਿਆ, ਪੰਜਾਬ ਦੀ ਰਾਜਧਾਨੀ ਪੰਜਾਬ ਕੋਲ ਨਹੀਂ, ਪੰਜਾਬ ਦੇ ਪਾਣੀ ਲੁੱਟ ਲਏ ਗਏ, ਪੰਜਾਬ ਦੇ ਨੌਜਵਾਨ ਜੇਲ੍ਹਾਂ 'ਚ ਬੰਦ ਨੇ, ਜੇਲ੍ਹਾਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਵਾਪਸ ਨਹੀਂ ਆਏ। ਹੁਣ ਤੁਸੀਂ ਦੱਸੋ ਵੀ ਅਸੀਂ ਹੱਕਾਂ ਦੀ ਗੱਲ ਕਰਦੇ ਹਾਂ, ਅਸੀਂ ਪਾਕਿਸਤਾਨ ਦੇ ਏਜੰਟ ਕਿਵੇਂ ਹੋ ਗਏ? ਸੋ ਇਹ ਜਾਣ ਬੁੱਝ ਕੇ ਗਲਤ ਪਾਕਿਸਤਾਨ ਦੀ ਕਾਂਗਰਸ ਦੇ ਕਿਹਾ ਜੀ ਉਹਨਾਂ ਨੇ। ਵੀਰੇ ਗੱਲ ਮੈਂ ਕਹਿਣਾ ਚਾਹੁੰਦਾ ਕਿ ਜਦੋਂ ਦਿੱਲੀ ਬੋਲੇਗੀ ਕਾਂਗਰਸ ਦੇ ਏਜੰਟ ਬੋਲੇਗੀ, ਭਾਜਪਾ ਬੋਲੇਗੀ ਤਾਂ ਕਾਂਗਰਸ ਬੋਲੇਗੀ, ਕਿਉਂਕਿ ਉੱਥੇ ਰਾਜਨੀਤਿਕ ਵਿਰੋਧੀ ਕਾਂਗਰਸ ਹੈ। ਇਸ ਕਰਕੇ ਇਹ ਕੋਈ ਕਾਂਗਰਸੀ ਵਾਲਾ ਮਸਲਾ ਨਹੀਂ ਹੈ। ਕਾਂਗਰਸ ਨੂੰ ਵੀ ਇਹ ਸਾਡੀ ਰਿਕੁਐਸਟ ਹੈ ਕਿ ਵੇਖੋ
ਕੈਪਟਨ ਸਾਹਿਬ ਬਾਰ-ਬਾਰ ਅੱਤਵਾਦ ਦੇ ਖਿਲਾਫ ਜਾਂ ਖਾੜਕੂਵਾਦ ਦੇ ਖਿਲਾਫ ਬੋਲਦੇ ਨੇ, ਉਹਨਾਂ ਨੇ ਵੀ ਇੱਕ ਮੁੱਖ ਮੰਤਰੀ ਖੋਇਆ ਆਪਣਾ। ਸੋ ਉਹਨਾਂ ਨੂੰ ਵੀ, ਉਹਨਾਂ ਦੀ ਪਾਰਟੀ ਨੂੰ ਵੀ ਇਹ ਹੈ ਵੀ ਤੁਸੀਂ ਪੰਜਾਬ ਦੀਆਂ ਜੇ ਤੁਸੀਂ ਪੰਜਾਬ ਦੀਆਂ ਵੋਟਾਂ ਲੈ ਕੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਦੀ ਖਾਤਰ ਤੁਹਾਡੇ MP MLAs ਚੁਣ ਕੇ ਗਏ ਨੇ, ਇਹ ਚੁਣੇ ਹੋਏ ਨੁਮਾਇੰਦੇ ਪੰਜਾਬ ਦੀ ਗੱਲ ਕਰਨ ਤੇ ਪੰਜਾਬ ਦੀ, ਕਿਉਂਕਿ ਵੇਖੋ ਕਾਗਜ਼ੀ ਪੱਤਰੀ ਗੱਲ ਤੇ ਸਰਕਾਰਾਂ ਨੇ ਕਰਨੀ ਹੈ। ਸੋ ਮੈਨੂੰ ਲੱਗਦਾ ਕਿ ਕਾਂਗਰਸ ਦੇ ਕੋਲ ਬਹੁਤ ਕੁਝ ਹੈਗਾ ਕਿ ਜੇ ਉਹ ਸਹੀ ਢੰਗ ਨਾਲ ਕਰਨਾ ਚਾਹੇ ਤੇ ਕਰ ਸਕਦੀ ਹੈ। ਤੇ BJP ਨੂੰ ਇਹ ਬੇਨਤੀ ਹੈ ਵੀ ਤੁਸੀਂ ਸਾਡੀ ਪਿੱਠ 'ਚ ਕਿਸਾਨੀ ਦੀ ਛੁਰਾ ਮਾਰ ਚੁੱਕੇ ਹੋ, ਹੁਣ ਇਹਦੇ ਤੇ ਲੂਣ ਭੁੱਕਣ ਦੀ ਬਜਾਏ ਤੁਸੀਂ ਸਹੀ ਢੰਗ ਨਾਲ ਨੁਮਾਇੰਦਗੀ ਕਰਕੇ ਪੰਜਾਬ ਦੀ ਤੇ ਪੰਜਾਬ ਦੇ ਹੱਕਾਂ ਦੀ ਗੱਲ ਦਿੱਲੀ ਰੱਖੋ ਜਾ ਕੇ, ਵਰਨਾ ਮਜਬੂਰੀ ਬਸ ਫਿਰ BJP ਦਾ ਵਿਰੋਧ ਤਾਂ ਹੋਏਗਾ। ਸ਼ੇਰ ਦੀ ਪੂੰਛ ਤੇ ਪੈਰ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਰੱਖਿਆ ਜਾ ਚੁੱਕਾ ਹੈ ਜੀ? ਮੈਨੂੰ ਲੱਗਦਾ ਜੇ ਆਰਡੀਨੈਂਸ ਪਾਸ ਹੋ ਚੁੱਕਾ ਤੇ ਰੱਖਿਆ ਜਾ ਚੁੱਕਾ ਤੇ ਹੁਣ ਤਾਂ ਇਹ ਗੱਲ ਹੈ ਵੀ ਜਾਂ ਤਾਂ ਸ਼ੇਰ ਨੂੰ ਬਹਿਕਾਵੇ 'ਚ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਚਲੋ ਅਸੀਂ ਬਹਿਕਾਵੇ 'ਚ ਲੈ ਲਈਏ, ਤੇ ਮੈਨੂੰ ਲੱਗਦਾ ਨਹੀਂ ਕਿ ਪੰਜਾਬੀ ਇਸ ਵਾਰੀ ਬਹਿਕਾਵੇ 'ਚ ਆਉਣਗੇ, ਕਿਉਂਕਿ ਪੰਜਾਬ ਦਾ ਬੱਚਾ ਛੋਟੇ ਬੱਚੇ ਤੋਂ ਲੈ ਕੇ 80 ਸਾਲ ਦਾ ਬਜ਼ੁਰਗ ਜੇ ਰੇਲਵੇ ਟਰੈਕ ਤੇ ਬੈਠਾ ਤੇ ਬਹਿਕਾਵੇ 'ਚ ਆਉਣ ਵਾਲੀ ਗੱਲ ਨਹੀਂ ਹੈ। ਹੁਣ ਤਾਂ ਟੇਬਲ ਤੇ ਬੈਠ ਕੇ ਇਹਦਾ ਹੱਲ ਹੀ ਕੱਢਣਾ ਪੈਣਾ। ਤੁਸੀਂ ਗੱਲ ਕੀਤੀ ਪੱਗਾਂ ਵਾਲਿਆਂ ਦੇ ਨਾਲ, ਇਹਨਾਂ ਨੇ ਪੰਗਾ ਪਾ ਕੇ ਬਹੁਤ ਮਾੜਾ ਕੀਤਾ, ਪੱਗਾਂ ਵਾਲਿਆਂ ਨੇ ਨਾ ਪੰਗਾ ਲੈ ਲਿਆ, ਪਰ ਪੱਗਾਂ ਵਾਲੇ ਤਾਂ ਜੀ ਉਹਨਾਂ ਪਾਰਟੀਆਂ ਦੇ ਨਾਲ ਵੀ ਭੁਗਤਦੇ ਦਿਸ ਰਹੇ ਨੇ। ਹਰਜੀਤ ਗਰੇਵਾਲ ਨੇ ਵੀ ਪੱਗ ਬੰਨੀ ਹੋਈ ਹੈ ਸਿਰ ਦੇ ਉੱਤੇ, ਤੇ ਬਹੁਤ ਸਾਰੀਆਂ ਹੋਰ ਪਾਰਟੀਆਂ ਜਿਨ੍ਹਾਂ ਨੂੰ ਕਹਿ ਰਹੇ ਵੀ ਰਾਜਨੀਤੀ ਕਰ ਰਹੀਆਂ ਸਾਰੀਆਂ ਪਾਰਟੀਆਂ, ਉਹਨਾਂ ਵਿੱਚ ਵੀ ਪੱਗਾਂ ਵਾਲੇ ਦਿਸ ਰਹੇ ਜੀ। ਵੀਰੇ ਮੈਂ ਪਹਿਲਾਂ ਕਿਹਾ ਸੀਗਾ ਨਾ ਵੀ ਕਈ ਵਾਰੀ ਆਰਟਿਸਟਾਂ ਨੂੰ ਲੈ ਕੇ ਕੈਂਪੇਨ ਚਲਾਉਣੀ ਪੈਂਦੀ ਹੈ ਤਾਂ ਕਿ ਮਾਹੌਲ ਸਿਰਜਿਆ ਜਾ ਸਕੇ ਵੀ ਇਹ ਬੰਦੇ ਸਾਡੇ ਹੀ ਨੇ। ਉਹ KPS ਗਿੱਲ ਦੀ ਪੱਗ ਕਲਗੀਧਰ ਦਸ਼ਮੇਸ਼ ਪਿਤਾ ਦੀ ਬਖਸ਼ੀ ਹੋਈ ਪੱਗ ਨਹੀਂ ਹੈ, ਕਿਉਂਕਿ ਉਹ ਪੱਗ ਜੇ ਪੰਜਾਬ ਦੇ ਪੱਗਾਂ ਵਾਲਿਆਂ ਦਾ ਐਡਾ ਵੱਡਾ ਨੁਕਸਾਨ ਕਰਦੀ ਹੈ ਔਰ ਇਹਨਾਂ ਦੀਆਂ ਸਰਕਾਰਾਂ ਦੇ ਕਮਿਸ਼ਨ ਮੰਨ ਗਏ ਕਿ ਜਿਹੜੇ ਪੰਜਾਬ ਦੇ ਨੌਜਵਾਨ ਸੀ ਉਹ ਝੂਠੇ ਮੁਕਾਬਲਿਆਂ 'ਚ ਸਹੀ ਮਾਰੇ, ਤੇ ਉਹ ਕਾਹਦੀ ਪੱਗ ਹੈ? ਸੋ ਇਹ ਬਕਾਊ ਪੱਗਾਂ ਨੇ ਜਿਹੜੀਆਂ ਸਿਰਫ ਤੇ ਸਿਰਫ ਉਹਨਾਂ ਨੇ ਪੈਸੇ ਦੇ ਕੇ ਖਰੀਦ ਕੇ ਇੱਕ ਰਿਪਰੈਜ਼ੈਂਟੇਸ਼ਨ ਕਰਾਉਣ ਵਾਸਤੇ ਦਿਖਾਉਣ ਲਈ ਕਿ ਇਹ ਪੱਗਾਂ, ਇਹ ਟਰੈਕਟਰ ਟਰਾਲੀਆਂ ਸਾਡੇ ਨਾਲ ਨੇ। ਇਹਨਾਂ ਦੇ ਨਾਲ ਕੋਈ ਪੱਗਾਂ ਨਹੀਂ ਹੈਗੀਆਂ, ਟਰੈਕਟਰ ਟਰਾਲੀਆਂ ਨਹੀਂ ਹੈਗੀਆਂ। ਇਹ ਜਿਹੜੇ ਪੱਗਾਂ ਵਾਲੇ ਵੀ ਨੇ ਉਹ ਪੱਗ ਦਾ ਇਤਿਹਾਸ ਸਮਝਣ ਕਿ ਜੇ ਤੁਹਾਡੇ ਸਿਰ ਤੇ ਪੱਗ ਬੱਧੀ ਹੈ, ਇਹ ਹੱਕ ਸੱਚ ਤੇ ਨਿਮਾਣਿਆਂ ਦਾ ਨਿਮਾਣ ਨਿਓਟਿਆਂ ਦੀ ਓਟ ਬਣਨ ਵਾਸਤੇ ਹੈ। ਇਹ ਨਾ ਕਿ ਪੱਗਾਂ ਬੱਧੀਆਂ ਸਿਰਫ ਫੋਟੋਆਂ ਖਿਚਾਉਣ ਲਈ ਜਾਂ ਇਹ ਪੇਚ ਬਣਾਉਣ ਲਈ ਜਾਂ ਇਹ ਭਾਸ਼ਣ ਦੇਣ ਲਈ ਨਹੀਂ ਹੈਗੀ। ਇਹ ਪੱਗ ਦਾ ਕੋਈ ਮਤਲਬ ਹੈ। ਜੇ ਸਰਦਾਰ ਹੱਕ ਸੱਚ ਨਾਲ ਨਹੀਂ ਖੜਾ ਤੇ ਇਹ ਪੱਗ ਦੀ ਸ਼ਾਨ ਨਹੀਂ ਹੈ, ਪੱਗ ਦੀ ਬੇਇੱਜ਼ਤੀ ਹੈ। ਬਿਲਕੁਲ। ਸੋ ਬਹੁਤ ਸ਼ੁਕਰੀਆ ਤੁਹਾਡਾ ਜੀ। ਬਹੁਤ ਧੰਨਵਾਦ ਜੀ। ਇਹ ਸੀ ਭਾਈ ਪਰਮਪਾਲ ਸਿੰਘ ਜੀ ਸਭਰਾ, ਜਿਨ੍ਹਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਇਹ ਹੁਣ ਸ਼ੇਰ ਦੀ ਪੂੰਛ ਦੇ ਉੱਤੇ ਪੈਰ ਰੱਖਿਆ ਜਾ ਚੁੱਕਾ ਹੈ ਤੇ ਹੁਣ ਸ਼ੇਰ ਦਹਾੜ ਮਾਰੇਗਾ। ਜਦੋਂ ਸ਼ੇਰ ਦਹਾੜਦਾ ਤਾਂ ਫਿਰ ਵੱਡਿਆਂ ਦੀ ਫੂਕ ਨਿਕਲ ਜਾਂਦੀ ਹੈ, ਤੇ ਫੂਕ ਕਦੋਂ ਕੋ ਨਿਕਲਦੀ ਹੈ ਕਿ ਫੂਕ ਕੱਢਦਾ ਹੈ ਸ਼ੇਰ ਜਾਂ ਫਿਰ ਉਸ ਦੀ ਦਹਾੜ ਤੋਂ ਹੀ ਡਰ ਕੇ ਇਹ ਜਿਹੜੇ ਕਾਨੂੰਨ ਹੈਗੇ ਨੇ ਉਹ ਵਾਪਸ ਲੈ ਜਾਂਦੇ। ਸੱਜਣ ਸਿੰਘ ਸੈਣੀ ਤੇ ਲਖਵਿੰਦਰ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਲੁਧਿਆਣਾ।